अखियां ने पाल दिया ओरे दीदार नू, अखियां ने पाल दिया। वडियाइयां सुन के आए हाँ यीशु, वडियाइयां सुन के आए हाँ, तेरे कमाल दिया नूरे जलाल दिया, तेरे कमाल दिया नूरे जलाल दिया। वडियाइयां सुन के आए हाँ यीशु, वडियाइयां सुन के आए हाँ। बाप अते बेटे अते रूह पाक दे नाम ते आमीन। साडे प्रभु यीशु मसीह दा फजल, खुदा बाप दा प्रेम ते रूह पाक दी सांझ तुहाडे नाल होवे ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। मसीह भी प्यारे भैणों ते भराओ, जिवें कि ਅਸੀਂ ਇਹ ਨਵਾਂ ਦਿਨ ਸ਼ੁਰੂ ਕਰ ਰਹੇ ਹਾਂ, ਅਸੀਂ ਆਪਣੇ ਆਪ ਵੱਲ ਧਿਆਨ ਦਈਏ ਕਿ ਅਸੀਂ ਹੁਣ ਤੱਕ ਜਿੰਨਾ ਵੀ ਸਮਾਂ ਬਿਤਾਇਆ, ਜਿੰਨਾ ਵੀ ਸਾਡਾ ਜੀਵਨ ਹੋਇਆ, ਕਿ ਅਸੀਂ ਖੁਦਾ ਦੇ ਪ੍ਰਤੀ ਉਸ ਦੇ ਵਫਾਦਾਰ ਪੈਰੋਕਾਰ ਬਣ ਕੇ ਰਹੇ ਹਾਂ ਜਾਂ ਨਹੀਂ। ਖੁਦਾ ਨੇ ਸਾਨੂੰ ਚੁਣਿਆ ਹੈ, ਸਾਨੂੰ ਮਸੀਹ ਈਮਾਨ ਬਖਸ਼ਿਆ ਹੈ, ਤੇ ਜੋ ਮਸੀਹੀਅਤ ਸਾਡੇ ਵਿੱਚ ਹੈ ਕਿ ਅਸੀਂ ਉਸ ਮਸੀਹੀਅਤ ਨੂੰ ਆਪਣੇ ਵਿੱਚ ਕਾਇਮ ਰੱਖਿਆ ਹੈ ਜਾਂ ਨਹੀਂ। ਮੇਰੇ ਪਿਆਰਿਓ, ਅਸੀਂ ਆਪਣੇ ਆਪ ਵੱਲ ਝਾਤੀ ਮਾਰੀਏ। ਜੇਕਰ ਖੁਦਾ ਦੇ ਪ੍ਰਤੀ ਅਸੀਂ ਵਫਾਦਾਰ ਨਹੀਂ ਰਹੇ, ਖੁਦਾ ਦੇ ਵਚਨਾਂ ਦੇ ਪ੍ਰਤੀ ਵਫਾਦਾਰ ਨਹੀਂ ਰਹੇ, ਤੇ ਜੋ ਮਸੀਹ ਈਮਾਨ ਅਸੀਂ ਗ੍ਰਹਿਣ ਕੀਤਾ ਹੈ ਉਸ ਵਿੱਚ ਅਸੀਂ ਮਜ਼ਬੂਤ ਨਹੀਂ ਰਹੇ, ਆਓ ਇੱਕ ਵਾਰ ਫਿਰ ਪਛਤਾਏ ਪਰ ਦਿਲ ਨਾਲ ਪ੍ਰਭੂ ਕੋਲੋਂ ਮਾਫੀ ਮੰਗੀਏ, ਤਾਂ ਜੋ ਇਹਨਾਂ ਪਵਿੱਤਰ ਭੇਦਾਂ ਨੂੰ ਅਸੀਂ ਯੋਗ ਢੰਗ ਨਾਲ ਮਨਾ ਸਕੀਏ। ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਅਤੇ ਭੈਣੋ, ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ, ਆਪਣੇ ਦੋਸ਼ ਨਾਲ, ਆਪਣੇ ਹੀ ਦੋਸ਼ ਨਾਲ, ਆਪਣੇ ਬਹੁਤ ਵੱਡੇ ਦੋਸ਼ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰੇ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਅਤੇ ਭੈਣੋ ਬੇਨਤੀ ਕਰਦੀ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਅਸੀਂ ਪ੍ਰਾਰਥਨਾ ਕਰੀਏ। ਹੈ ਖੁਦਾ ਸਾਡੇ ਬਾਪ, ਤੂੰ ਜੋ ਮਨੁੱਖੀ ਸੁਭਾਅ ਨੂੰ ਮੁੱਢਲੇ ਹਾਲ ਨਾਲੋਂ ਕਿਤੇ ਜ਼ਿਆਦਾ ਮਾਣ ਦੇ ਕੇ ਮੁੜ ਬਹਾਲ ਕਰਦਾ ਹੈ, ਆਪਣੇ ਮਿਹਰ ਭਰੇ ਪਿਆਰ ਦੇ ਇਸ ਅਚਰਜ ਭੇਦ ਵੱਲ ਨਿਗਾਹ ਕਰ, ਨਵੇਂ ਜਨਮ ਦੇ ਅਜੂਬੇ ਰਾਹੀਂ ਜਿਨ੍ਹਾਂ ਨੂੰ ਤੂੰ ਨਵੇਂ ਕਰਨ ਲਈ ਚੁਣ ਲਿਆ ਹੈ, ਉਹਨਾਂ ਨੂੰ ਆਪਣੇ ਫਜ਼ਲਾਂ ਅਤੇ ਬਰਕਤਾਂ ਦੇ ਤੋਹਫਿਆਂ ਨੂੰ ਕਾਇਮ ਰੱਖ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪਾਠ ਪਹਿਲਾ, ਚੇਲਿਆਂ ਦੇ ਕਰਤੱਵ, ਉਸ ਦਾ 13 ਬਾਬ 13 ਤੋਂ 25 ਐਨ ਤੱਕ। ਪੌਲਸ ਅਤੇ ਉਸ ਦੇ ਸਾਥੀ ਪਾਫੋਸ ਤੋਂ ਸਮੁੰਦਰੀ ਜਹਾਜ਼ ਦੁਆਰਾ ਪਰਗਾ ਵਿੱਚ ਆਏ।
ਜੋ ਪਫੀਲੀਆ ਦਾ ਇੱਕ ਨਗਰ ਹੈ। ਪਰ ਯਹੂਨਾ ਉਹਨਾਂ ਨੂੰ ਉੱਥੇ ਛੱਡ ਕੇ ਵਾਪਸ ਯਰੂਸ਼ਲਮ ਚਲਿਆ ਗਿਆ। ਫਿਰ ਉਹ ਪਰਗਾ ਤੋਂ ਚੱਲ ਕੇ ਅੰਤਕਿਆ ਜੋ ਪਸੀਦੀਆ ਵਿੱਚ ਹੈ ਆਏ ਅਤੇ ਸਬਤ ਦੇ ਦਿਨ ਜਾ ਕੇ ਪ੍ਰਾਰਥਨਾ ਘਰ ਵਿੱਚ ਬੈਠ ਗਏ। ਨੇਮ ਸ਼ਸਤਰ ਅਤੇ ਨਬੀਆਂ ਦੀਆਂ ਪੁਸਤਕਾਂ ਵਿੱਚੋਂ ਪੜ੍ਹਨ ਦੇ ਪਿੱਛੋਂ ਪ੍ਰਾਰਥਨਾ ਘਰ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਸੁਨੇਹਾ ਘੱਲਿਆ, ਭਰਾਵੋ, ਜੇਕਰ ਲੋਕਾਂ ਦੇ ਉਤਸ਼ਾਹ ਲਈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਹੋ। ਇਸ ਤੇ ਪੌਲਸ ਉੱਠਿਆ ਅਤੇ ਉਹਨਾਂ ਨੂੰ ਹੱਥ ਦੇ ਇਸ਼ਾਰੇ ਨਾਲ ਚੁੱਪ ਕਰਾਉਂਦੇ ਹੋਏ ਬੋਲਿਆ, ਇਸਰਾਏਲੀ ਭਰਾਵੋ ਅਤੇ ਪਰਮੇਸ਼ਵਰ ਦਾ ਪੈਰ ਰੱਖਣ ਵਾਲੇ ਸੱਜਣੋ, ਸੁਣੋ। ਇਸਰਾਏਲੀ ਲੋਕਾਂ ਦੇ ਪਰਮੇਸ਼ਵਰ ਨੇ ਸਾਡੇ ਪੁਰਖਿਆਂ ਨੂੰ ਚੁਣਿਆ ਅਤੇ ਮਿਸਰ ਵਿੱਚ ਪ੍ਰਵਾਸ ਦੇ ਸਮੇਂ ਉਹਨਾਂ ਨੂੰ ਵੱਡੀ ਕੌਮ ਬਣਾਇਆ। ਫਿਰ ਪਰਮੇਸ਼ਵਰ ਉਹਨਾਂ ਨੂੰ ਆਪਣੇ ਜ਼ੋਰ ਨਾਲ ਬਾਹਰ ਕੱਢ ਲਿਆਇਆ ਅਤੇ 40 ਸਾਲਾਂ ਤੱਕ ਵੀਰਾਨੇ ਵਿੱਚ ਉਸਨੇ ਉਹਨਾਂ ਦੀ ਦੇਖਭਾਲ ਕੀਤੀ। ਫਿਰ ਉਸਨੇ ਕਨਾਨ ਦੇਸ਼ ਵਿੱਚ 7 ਕੌਮਾਂ ਨੂੰ ਨਾਸ਼ ਕਰਕੇ ਕੋਈ 450 ਸਾਲ ਦੇ ਲਈ ਉਹਨਾਂ ਦੀ ਜ਼ਮੀਨ ਇਸਰਾਏਲ ਨੂੰ ਦੇ ਦਿੱਤੀ। ਇਸ ਦੇ ਪਿੱਛੋਂ ਉਸਨੇ ਉਹਨਾਂ ਨੂੰ ਸੈਮੂਅਲ ਦੇ ਸਮੇਂ ਤੱਕ ਨਿਆਂ ਦਿੱਤੇ। ਤਦ ਲੋਕਾਂ ਨੇ ਰਾਜਾ ਦੀ ਮੰਗ ਕੀਤੀ। ਇਸ ਤੇ ਪਰਮੇਸ਼ਵਰ ਨੇ ਉਹਨਾਂ ਨੂੰ ਕੀਸ਼ ਦਾ ਪੁੱਤਰ ਸਾਊਲ ਦਿੱਤਾ, ਜੋ ਬਿਨਯਾਮੀਨ ਦੀ ਗੋਤ ਵਿੱਚੋਂ ਸੀ। ਉਹ 40 ਸਾਲ ਤੱਕ ਉਹਨਾਂ ਦਾ ਰਾਜਾ ਰਿਹਾ। ਫਿਰ ਉਹ ਉਸ ਨੂੰ ਹਟਾ ਕੇ ਦਾਊਦ ਨੂੰ ਉਹਨਾਂ ਦਾ ਰਾਜਾ ਨਿਯੁਕਤ ਕੀਤਾ। ਇਸ ਦੇ ਬਾਰੇ ਪਰਮੇਸ਼ਵਰ ਨੇ ਇਸ ਤਰ੍ਹਾਂ ਕਿਹਾ, ਮੈਨੂੰ ਇੱਕ ਮਨੁੱਖ ਯਸ਼ੀ ਦਾ ਪੁੱਤਰ ਦਾਊਦ ਮਿਲ ਗਿਆ ਹੈ। ਉਹ ਮੇਰੇ ਮਨ ਦੇ ਅਨੁਸਾਰ ਹੈ, ਉਹ ਮੇਰੀਆਂ ਸਭ ਇੱਛਾਵਾਂ ਪੂਰੀਆਂ ਕਰੇਗਾ। ਇਸੇ ਦੇ ਵੰਸ਼ ਵਿੱਚੋਂ ਪਰਮੇਸ਼ਵਰ ਨੇ ਆਪਣੀ ਪ੍ਰਤਿੱਗਿਆ ਅਨੁਸਾਰ ਇਸਰਾਏਲ ਦੇ ਲਈ ਇੱਕ ਮੁਕਤੀਦਾਤਾ ਅਰਥਾਤ ਯੀਸ਼ੂ ਨੂੰ ਨਿਯੁਕਤ ਕੀਤਾ। ਯੀਸ਼ੂ ਦੇ ਆਉਣ ਤੋਂ ਪਹਿਲਾਂ ਇਸਰਾਏਲ ਦੇ ਸਾਰੇ ਲੋਕਾਂ ਲਈ ਯਹੂਨਾ ਨੇ ਪਛਤਾਪ ਦੇ ਬਪਤਿਸਮੇ ਦਾ ਪ੍ਰਚਾਰ ਕੀਤਾ। ਜਦੋਂ ਯਹੂਨਾ ਆਪਣੇ ਜੀਵਨ ਦੇ ਉਦੇਸ਼ ਨੂੰ ਪੂਰਾ ਕਰਨ ਦੇ ਅੰਤਮ ਸਮੇਂ 'ਤੇ ਸੀ ਤਾਂ ਉਸਨੇ ਕਿਹਾ, ਤੁਸੀਂ ਮੇਰੇ ਬਾਰੇ ਜੋ ਸੋਚਦੇ ਹੋ ਮੈਂ ਨਹੀਂ ਹਾਂ, ਪਰ ਦੇਖੋ ਜਿਹੜਾ ਮੇਰੇ ਪਿੱਛੇ ਆ ਰਿਹਾ ਹੈ, ਮੈਂ ਉਸ ਦੇ ਪੈਰਾਂ ਦੇ ਜੋੜੇ ਝਾੜਨ ਦੇ ਯੋਗ ਵੀ ਨਹੀਂ ਹਾਂ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। लश्करां दा खुदा है, खुदावंदा तू लश्करां दा खुदा है। ठिकाना तेरा मैनू चंगा लगा है, ठिकाना तेरा मैनू चंगा लगा है। तन में करदा सना है, मेरा मन मेरा तन में करदा सना है। खुदावंदा तू लश्करां दा खुदा है, ठिकाना तेरा मैनू चंगा लगा है। Hallelujah, 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 hallelujah.
ਅੰਜੀਲ ਸੁਣਾਓ, ਕੌਮਾਂ ਦੇ ਵਿੱਚ ਉਹਦਾ ਨਾਮ ਫੈਲਾਓ, ਕਰ ਕਰ ਜਾਓ। ਅੰਜੀਲ ਸੁਣਾਓ, ਕੌਮਾਂ ਦੇ ਵਿੱਚ ਉਹਦਾ ਨਾਮ ਫੈਲਾਓ। ਹਾਲੇਲੂਇਆ, 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 ਹਾਲੇਲੂਇਆ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਯੋਹੰਨਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸ ਦਾ 13 ਅਧਿਆਇ 16 ਤੋਂ 20 ਆਇਤ। ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ, ਸੇਵਕ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ, ਅਤੇ ਨਾ ਹੀ ਉਹ ਜੋ ਭੇਜਿਆ ਹੋਇਆ ਹੈ ਉਸ ਨਾਲੋਂ ਵੱਡਾ ਹੁੰਦਾ ਹੈ ਜਿਸ ਨੇ ਉਸ ਨੂੰ ਭੇਜਿਆ ਹੁੰਦਾ ਹੈ। ਤੁਸੀਂ ਧੰਨ ਹੋ ਜੇਕਰ ਤੁਸੀਂ ਇਹਨਾਂ ਗੱਲਾਂ ਨੂੰ ਸਮਝਦੇ ਹੋ ਅਤੇ ਇਹਨਾਂ ਦੇ ਅਨੁਸਾਰ ਚੱਲਦੇ ਹੋ। ਮੈਂ ਤੁਹਾਡੇ ਸਾਰਿਆਂ ਦੇ ਬਾਰੇ ਨਹੀਂ ਕਹਿ ਰਿਹਾ, ਮੈਂ ਜਾਣਦਾ ਹਾਂ ਕਿ ਮੈਂ ਕਿਹਨਾਂ ਨੂੰ ਚੁਣਿਆ ਹੈ। ਇਹ ਇਸ ਲਈ ਹੈ ਕਿ ਪਵਿੱਤਰ ਲਿਖਤਾਂ ਦਾ ਇਹ ਵਾਕ ਪੂਰਾ ਹੋ ਜਾਵੇ, ਜਿਸ ਨੇ ਮੇਰੇ ਨਾਲ ਰੋਟੀ ਖਾਧੀ ਉਸ ਨੇ ਮੇਰੇ ਖਿਲਾਫ ਲੱਤ ਚੁੱਕੀ ਹੈ। ਹੁਣ ਮੈਂ ਇਹ ਹੋ ਜਾਣ ਤੋਂ ਪਹਿਲਾਂ ਹੀ ਤੁਹਾਨੂੰ ਦੱਸਦਾ ਹਾਂ, ਤਾਂ ਕਿ ਜਦੋਂ ਇਹ ਹੋ ਜਾਵੇ ਤਾਂ ਤੁਸੀਂ ਮੰਨੋ ਕਿ ਮੈਂ ਉਹੀ ਹਾਂ। ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ, ਜੋ ਕੋਈ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਸਵੀਕਾਰ ਕਰਦਾ ਹੈ ਜਿਨ੍ਹਾਂ ਨੂੰ ਮੈਂ ਕਲਦਾ ਹਾਂ, ਉਹ ਮੈਨੂੰ ਸਵੀਕਾਰ ਕਰਦਾ ਹੈ, ਅਤੇ ਜੋ ਮੈਨੂੰ ਸਵੀਕਾਰ ਕਰਦਾ ਹੈ ਉਹ ਉਸ ਨੂੰ ਸਵੀਕਾਰ ਕਰਦਾ ਹੈ ਜਿਸ ਨੇ ਮੈਨੂੰ ਕਲਿਆ ਹੈ। ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹੀ ਪਿਆਰੇ ਭੈਣੋ ਤੇ ਭਰਾਓ, ਸਭ ਤੋਂ ਪਹਿਲਾਂ ਤਾਂ ਅੱਜ ਦੇ ਇਸ ਨਵੇਂ ਦਿਨ ਲਈ ਖੁਦਾ ਦਾ ਧੰਨਵਾਦ ਕਰੀਏ ਕਿ ਸਾਡੇ ਜੀਵਨ ਵਿੱਚ ਖੁਦਾ ਨੇ ਇੱਕ ਹੋਰ ਨਵਾਂ ਦਿਨ ਜੋੜਿਆ ਹੈ। ਇਸ ਦੇ ਨਾਲ ਹੀ ਅਸੀਂ ਖੁਦਾ ਦਾ ਧੰਨਵਾਦ ਕਰੀਏ ਕਿ ਖੁਦਾ ਨੇ ਸਾਨੂੰ ਕੈਥੋਲਿਕ ਈਮਾਨ ਬਖਸ਼ਿਆ ਹੈ। ਤੁਹਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ 5 ਸਾਲਾਂ ਤੋਂ 10 ਸਾਲਾਂ ਤੋਂ 20 ਸਾਲ 40 ਸਾਲ ਜਾਂ 60 ਸਾਲ ਜਾਂ ਉਸ ਤੋਂ ਵੀ ਵੱਧ ਸਮਾਂ ਕੈਥੋਲਿਕ ਈਮਾਨ ਵਿੱਚ ਕਾਇਮ ਹੋ। ਸੋ ਜੇਕਰ ਇੰਨੇ ਲੰਮੇ ਸਮੇਂ ਤੋਂ ਅਸੀਂ ਮਸੀਹੀ ਈਮਾਨ ਵਿੱਚ ਕਾਇਮ ਹਾਂ ਤੇ ਇੱਕ ਅਜਿਹੀ ਗੱਲ ਉੱਤੇ ਅਸੀਂ ਧਿਆਨ ਲਾਉਣਾ ਹੈ ਜੋ ਅੱਜ ਦੇ ਵਚਨ ਦੇ ਰਾਹੀਂ ਪ੍ਰਭੂ ਸਾਨੂੰ ਦੱਸਣਾ ਚਾਹੁੰਦਾ ਹੈ ਕਿ ਅਸੀਂ ਸੱਚਮੁੱਚ ਇਸ ਈਮਾਨ ਵਿੱਚ ਮਜ਼ਬੂਤ ਰਹੇ ਹਾਂ, ਪੱਕੇ ਰਹੇ ਹਾਂ, ਕਿ ਅਸੀਂ ਸੱਚਮੁੱਚ ਖੁਦਾ ਦੇ ਪ੍ਰਤੀ ਵਫਾਦਾਰ ਰਹੇ ਹਾਂ। ਪਹਿਲੇ ਪਾਠ ਵਿੱਚ ਆਪਾਂ ਸੁਣਿਆ ਸੰਤ ਪੌਲੁਸ ਦੇ ਰਾਹੀਂ ਕਿ ਉਹ ਸਾਊਲ ਤੇ ਦਾਊਦ ਦੇ ਬਾਰੇ ਦੱਸਦਾ ਹੈ। ਅਸੀਂ ਜਾਣਦੇ ਹਾਂ ਕਿ ਦੋਵਾਂ ਨੂੰ ਖੁਦਾ ਨੇ ਚੁਣਿਆ ਸੀ, ਪਰ ਸਾਊਲ ਜੋ ਹੈ ਉਹ ਪ੍ਰਭੂ ਦੀਆਂ ਆਗਿਆਵਾਂ ਦੀ ਪਾਲਣਾ ਨਹੀਂ ਕਰਦਾ, ਇਸ ਕਰਕੇ ਖੁਦਾ ਉਸ ਨੂੰ ਰੱਦ ਕਰ ਦਿੰਦਾ ਹੈ। ਦੂਜੇ ਪਾਸੇ ਦਾਊਦ ਹੁੰਦਾ ਹੈ, ਦਾਊਦ ਨੂੰ ਵੀ ਪ੍ਰਭੂ ਨੇ ਆਪ ਚੁਣਿਆ, ਉਸ ਨੂੰ ਮਖਸੂਸ ਕੀਤਾ, ਉਸ ਨੂੰ ਰਾਜ ਅਭਿਸ਼ੇਕਿਤ ਕੀਤਾ। ਤੇ ਪ੍ਰਭੂ ਕਹਿੰਦਾ ਹੈ ਮੈਂ ਦਾਊਦ ਤੋਂ ਖੁਸ਼ ਹਾਂ ਕਿਉਂਕਿ ਉਹ ਮੇਰੀਆਂ ਇੱਛਾਵਾਂ ਨੂੰ ਪੂਰੀਆਂ ਕਰਦਾ ਹੈ, ਮੇਰੇ ਵਚਨਾਂ ਦੇ ਅਨੁਸਾਰ ਚੱਲਦਾ ਹੈ। ਅੰਜੀਲ ਵਿੱਚ ਪ੍ਰਭੂ ਕਹਿੰਦਾ ਹੈ ਮੈਂ ਜਾਣਦਾ ਹਾਂ ਕਿ ਕਿਹਨਾਂ ਨੂੰ ਮੈਂ ਚੁਣਿਆ ਹੈ। ਪਿਆਰਿਓ, ਅੱਜ ਅਸੀਂ ਆਪਣੇ ਆਪ ਦੇ ਵਿੱਚ ਇਸ ਗੱਲ ਨੂੰ ਮਹਿਸੂਸ ਕਰੀਏ ਕਿ ਪ੍ਰਭੂ ਯਿਸੂ ਨੇ ਖੁਦ ਸਾਨੂੰ ਚੁਣਿਆ ਹੈ। ਸਾਡੇ ਬਪਤਿਸਮੇ ਦੇ ਸਮੇਂ ਸਾਡੇ ਵਿੱਚ ਮਸੀਹ ਈਮਾਨ, ਸਾਡੇ ਵਿੱਚ ਮਸੀਹੀਅਤ ਨੂੰ ਪੈਦਾ ਕੀਤਾ ਹੈ, ਉਤਪੰਨ ਕੀਤਾ ਹੈ। ਤੇ ਪ੍ਰਭੂ ਇਸ ਈਮਾਨ ਨੂੰ ਬਖਸ਼ਣ ਤੋਂ ਬਾਅਦ ਸਾਡੇ ਕੋਲ ਇਹ ਮੰਗ ਕਰਦਾ ਹੈ ਕਿ ਕੀ ਅਸੀਂ ਇਸ ਈਮਾਨ ਦੇ ਪ੍ਰਤੀ ਵਫਾਦਾਰ ਹਾਂ, ਕਿ ਕੀ ਅਸੀਂ ਉਸ ਦੇ ਹੁਕਮਾਂ ਅਤੇ ਵਚਨਾਂ ਦੇ ਪ੍ਰਤੀ ਵਫਾਦਾਰ ਰਹੇ ਹਾਂ ਜਾਂ ਨਹੀਂ।
ਜਦ ਕਦੇ ਵੀ ਉਸਦੇ ਵਚਨਾਂ ਤੇ ਹੁਕਮਾਂ ਦੀ ਅਸੀਂ ਉਲੰਘਣਾ ਕੀਤੀ ਹੈ, ਅਸੀਂ ਸਾਊਲ ਦੇ ਵਰਗੇ ਹੋ ਗਏ ਹਾਂ, ਅਸੀਂ ਯਹੂਦਾ ਇਸਕਰਿਓਤੀ ਵਰਗੇ ਹਾਂ। ਜੇਕਰ ਅਸੀਂ ਉਸਦੇ ਵਚਨਾਂ ਤੇ ਹੁਕਮਾਂ ਦੀ ਪਾਲਣਾ ਕੀਤੀ ਹੈ ਤਾਂ ਅਸੀਂ ਇਹ ਸਿੱਧ ਕੀਤਾ ਹੈ ਕਿ ਅਸੀਂ ਉਸਦੇ ਚੁਣੇ ਹੋਏ ਲੋਕਾਂ ਦੀ ਸੰਗਤ ਵਿੱਚ ਹਾਂ, ਉਸ ਦੇ ਪ੍ਰਤੀ ਹਮੇਸ਼ਾ ਵਫਾਦਾਰ ਹਾਂ। ਪਿਆਰਿਓ, ਖੁਦਾ ਸਾਡੇ ਕੋਲ ਇਹੀ ਮੰਗ ਕਰਦਾ ਹੈ ਕਿ ਅਸੀਂ ਜੇਕਰ ਪ੍ਰਭੂ ਦੇ ਪੈਰੋਕਾਰ ਬਣ ਕੇ ਰਹਿਣਾ ਚਾਹੁੰਦੇ ਹਾਂ ਤਾਂ ਇਸ ਵਚਨ ਉੱਤੇ ਧਿਆਨ ਲਾਈਏ, ਕਿਉਂਕਿ ਪ੍ਰਭੂ ਸਾਫ਼-ਸਾਫ਼ ਸਾਨੂੰ ਕਹਿੰਦਾ ਹੈ, ਸੰਤ ਲੂਕਾ ਦੀ ਅੰਜੀਲ ਉਸ ਦਾ 9 ਅਧਿਆਇ 62 ਐਤ, ਜੋ ਕੋਈ ਹਲ ਉੱਤੇ ਹੱਥ ਰੱਖ ਕੇ ਪਿੱਛੇ ਵੇਖਦਾ ਹੈ ਉਹ ਖੁਦਾ ਦੇ ਰਾਜ ਦੇ ਯੋਗ ਨਹੀਂ ਹੈ। ਪਿਆਰਿਓ, ਇੱਕ ਵਾਰ ਅਸੀਂ ਪ੍ਰਭੂ ਨੂੰ ਅਪਣਾ ਲਿਆ, ਮਸੀਹਤ ਨੂੰ ਅਪਣਾ ਲਿਆ, ਮਸੀਹ ਈਮਾਨ ਨੂੰ ਅਸੀਂ ਗ੍ਰਹਿਣ ਕਰ ਲਿਆ ਹੈ, ਤੇ ਜੇਕਰ ਅਸੀਂ ਪਿੱਛੇ ਵੇਖਦੇ ਹਾਂ ਜਾਂ ਅਸੀਂ ਉਸ ਦੇ ਪ੍ਰਤੀ ਵਫਾਦਾਰ ਨਹੀਂ ਰਹਿੰਦੇ ਤਾਂ ਅਸੀਂ ਸਾਊਲ ਵਰਗੇ ਗਿਣੇ ਜਾਵਾਂਗੇ, ਅਸੀਂ ਯਹੂਦਾ ਇਸਕਰਿਓਤੀ ਵਰਗੇ ਗਿਣੇ ਜਾਵਾਂਗੇ, ਯਾਨੀ ਕਿ ਅਸੀਂ ਵਿਸ਼ਵਾਸਘਾਤੀਆਂ ਦੀ ਸੰਗਤ ਵਿੱਚ ਸ਼ਾਮਲ ਹੋ ਜਾਵਾਂਗੇ। ਸਾਡੇ ਵਿੱਚੋਂ ਕੋਈ ਵੀ ਇਸ ਤਰ੍ਹਾਂ ਨਹੀਂ ਚਾਹੁੰਦਾ ਕਿ ਅਸੀਂ ਪ੍ਰਭੂ ਦੇ ਨਾਲ ਵਿਸ਼ਵਾਸਘਾਤ ਕਰੀਏ। ਇਸ ਲਈ ਹਰ ਦਿਨ, ਹਰ ਨਵੇਂ ਦਿਨ ਜੋ ਵੀ ਸਾਡੀ ਜ਼ਿੰਦਗੀ ਵਿੱਚ ਚੜ੍ਹਦਾ ਹੈ, ਹਰ ਦਿਨ ਅਸੀਂ ਇਹ ਪ੍ਰਾਰਥਨਾ ਕਰੀਏ ਕਿ ਪ੍ਰਭੂ ਸਾਨੂੰ ਇਸ ਦਿੱਤੇ ਗਏ ਮਸੀਹ ਈਮਾਨ ਵਿੱਚ ਹਮੇਸ਼ਾ ਕਾਇਮ ਰਹੇ, ਉਸ ਦੇ ਹੁਕਮਾਂ ਅਤੇ ਵਚਨਾਂ ਦੇ ਪ੍ਰਤੀ ਹਮੇਸ਼ਾ ਵਫਾਦਾਰ ਰਹਿਣ ਦਾ ਵਰਦਾਨ ਪ੍ਰਦਾਨ ਕਰੇ। खुदाया कर ले परवान, अर्पण करा मैं रोजी समझान। प्यारे खुदाया कर ले परवान, अर्पण करा मैं रोजी समझान। सदा जीवन पर अपना राह दिखा, मर्जी में तेरी करा सदा जीवन पर अपना राह दिखा। पुल्लारा फिर मैं तेरा कलाम, अर्पण करा मैं समझान। प्यारे खुदाया कर ले परवान, अर्पण करा मैं रोजी समझान, अर्पण करा मैं रोजी समझान, अर्पण करा मैं रोजी समझान। प्रार्थना करो कि मेरी ते तुहाडी कुर्बानी पूरी गुरत वाले खुदा बाप ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਵਿੱਚੋਂ ਆਪਣੇ ਨਾਮ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ, ਕੁਰਬਾਨੀ ਦੇ ਇਹਨਾਂ ਨਜ਼ਾਰਿਆਂ ਦੇ ਨਾਲ ਸਾਡੀਆਂ ਦੁਆਵਾਂ ਤੇਰੇ ਹਜ਼ੂਰ ਪਹੁੰਚ ਜਾਣ, ਤਾਂ ਜੋ ਤੇਰੀ ਮਿਹਰ ਨਾਲ ਸ਼ੁੱਧ ਕੀਤੇ ਹੋਏ ਅਸੀਂ ਤੇਰੇ ਅਤੀ ਮਹਾਨ ਪਿਆਰ ਦੇ ਭੇਦਾਂ ਦੇ ਲਾਇਕ ਬਣ ਜਾਈਏ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਪਾਸਕਾ ਦੇ ਇਸ ਸਮੇਂ ਅਸੀਂ ਹਮੇਸ਼ਾ ਨਾਲੋਂ ਵਧੇਰੀ ਖੁਸ਼ੀ ਨਾਲ ਤੇਰੀ ਵਿਦਿਆਈ ਕਰਦੇ ਹਾਂ, ਜਦੋਂ ਮਸੀਹ ਸਾਡੇ ਲਈ ਪਾਸਕਾ ਲੀਲਾ ਕੁਰਬਾਨ ਹੋਇਆ। ਉਹਦੇ ਵਿੱਚ ਇੱਕ ਨਵੇਂ ਯੁੱਗ ਦਾ ਸਵੇਰਾ ਹੋ ਗਿਆ ਹੈ।
ਅਤੇ ਪਾਪ ਦੀ ਲੰਮੀ ਗੁਲਾਮੀ ਦਾ ਰਾਜ ਖਤਮ ਹੋ ਗਿਆ ਹੈ। ਬਰਬਾਦ ਹੋਈ ਦੁਨੀਆ ਨੂੰ ਨਵੇਂ ਸਿਰਿਓਂ ਉਸਾਰਿਆ ਗਿਆ ਹੈ ਅਤੇ ਇਨਸਾਨ ਦੀ ਜ਼ਿੰਦਗੀ ਨੂੰ ਮੁੜ ਬਹਾਲ ਕੀਤਾ ਗਿਆ ਹੈ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗਤੀ ਜੱਥਿਆਂ ਨਾਲ ਮਿਲ ਕੇ ਤੇਰੀ ਮਹਿਮਦ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। खुदावन सदा पाक 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 खुदावन सदा खुदावन सदा लश्करांदा खुदा खुदावन सदा लश्करांदा खुदा खुदावन सदा पाक 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 खुदावन सदा खुदावन सदा लश्करांदा खुदा। हे प्रभु तू सचमुच पवित्र है ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਾਰਿਆਂ ਨੂੰ ਪਵਿੱਤਰ ਕਰ ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਦਸਿਆਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਤੇਰਾ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ ਇਹ ਕਹਿੰਦੀ ਹੋਈ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ
ਨਵੇਂ ਅਤੇ ਸਤੀਵੀ ਨੇਮ ਦਾ ਲਹੂ ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ, ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਐ ਪ੍ਰਭੂ, ਅਸੀਂ ਯਿਸੂ ਤੇਰੀ ਮੌਤ ਅਤੇ ਉਹਦੇ ਜੀ ਉਠਣ ਦੀ ਯਾਦਗਾਰੀ ਮਨਾਉਂਦੇ ਹੋਏ ਤੈਨੂੰ ਇਹ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚਾਹੁੰਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂਕਿ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬਚੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਤੋਂ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਵਿਸ਼ਵਾਸ ਫ੍ਰੈਂਕੋ ਦੇ ਇਗਨੈਲੋ, ਸਾਰੇ ਪ੍ਰੋਹਤਾਂ, ਧਾਰਮਿਕ ਸਿਸਟਰਾਂ ਤੇ ਸਭ ਵਿਸ਼ਵਾਸੀ ਲੋਕਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਐ ਪ੍ਰਭੂ, ਸਾਡੇ ਭੈਣਾਂ ਭਰਾ ਨੂੰ ਵੀ ਯਾਦ ਕਰ ਜਿਹੜੇ ਜੀ ਉਠਣ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਹੈ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਮੁਕੱਦਸ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰਤ ਸੰਤ ਯੂਸਫ ਦੇ ਨਾਲ, ਸੰਤ ਰਸੂਲਾਂ, ਸੰਤ ਪੌਲੁਸ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਇਸ ਦੀ ਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਤੇ ਰਾਹੀਂ ਤੇ ਉਸ ਦੇ ਨਾਲ ਤੇ ਉਸ ਦੇ ਵਿੱਚ ਹੈ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਤੇ ਵਡਿਆਈ ਤੇਰੀ ਹੀ ਹੈ ਸਦਾ ਤੋਂ ਸਦਾ ਤੱਕ। ਆਮੀਨ। और से पूर्ण भरोसा रखते हुए खुदा बाप दे के उसे ही प्रार्थना दोहराइए जो प्रभु यीशु मसीह ने सानू सिखाई है। ऐ साडे बाप तू जेड़ा आसमान ते है, तेरा नाम पाक मन्या जावे, तेरा राज आवे, तेरी मर्जी जिस तरह आसमान उत्ते पूरी हुंदी है जमीन उत्ते भी होवे। साडे रोज दी रोटी अज सानू दे, साडे कसूर सानू माफ कर जिस तरह ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ, ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਹੈ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ। ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ, ਕੁਦਰਤ ਅਤੇ ਜਲਾਲ ਯੁਗੋ ਯੁਗ ਤੇਰਾ ਹੀ ਹੈ। ਹੈ ਪ੍ਰਭੂ ਯਿਸੂ ਮਸੀਹ, ਤੂੰ ਆਪਣੇ ਰਸੂਲਾਂ ਨੂੰ ਆਖਿਆ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਤੋਂ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। तुझे जिंदा ते राज करता है सदा तो सदा तक। आमीन।
ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦੇਈਏ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੇਲਾ ਪ੍ਰਭੂ ਯਿਸੂ ਮਸੀਹ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆਖ ਅਤੇ ਮੇਰੀ ਰੂਹ ਚੰਗੀ ਹੋ ਜਾਵੇਗੀ। ਦੁਆ ਪਾਕ ਸ਼ਾਕਤ ਲੈਣ ਤੋਂ ਪਹਿਲਾਂ, ਐ ਮੁਬਾਰਕ ਮਰੀਮ, ਤੇਰਾ ਪਿਆਰਾ ਬੇਟਾ ਰੋਟੀ ਦੇ ਰੂਪ ਵਿੱਚ ਸਾਡੇ ਦਿਲਾਂ ਵਿੱਚ ਆਉਣ ਵਾਲਾ ਹੈ। ਸਾਡੇ ਲਈ ਦੁਆ ਕਰ ਤਾਂ ਕਿ ਅਸੀਂ ਵੀ ਤੇਰੇ ਵਾਂਗੂ ਉਸ ਨੂੰ ਮੰਨੀਏ ਅਤੇ ਪਿਆਰ ਕਰੀਏ। ਐ ਸੰਤ ਯੂਸਫ, ਜਿਸ ਤਰ੍ਹਾਂ ਤੂੰ ਮਸੀਹ ਨੂੰ ਪਾਲਿਆ, ਉਸੇ ਤਰ੍ਹਾਂ ਸਾਨੂੰ ਵੀ ਉਸ ਦੀ ਸੇਵਾ ਕਰਨੀ ਸਿਖਾ। ਆਮੀਨ। जिंदगी दी रोटी मेरा शाफी सूली वाला है, दे के बलिदान जिन्हें पापा तो बचाया है, पापा तो बचाया है। जिंदगी दी रोटी मेरा शाफी सूली वाला है, दे के बलिदान जिन्हें पापा तो बचाया है, पापा तो बचाया है। जो वखाया उन्हें जग तो इलाही, खोल जो वहाया उन्हें देंदाए गवाही। प्यार जो विखाया उन्हें जग तो इलाही, खोल जो वहाया उन्हें देंदाए गवाही। जाने जीने वाली मेरा सच्चा रखवाला है, दे के बलिदान जिन्हें पापा तो बचाया है, पापा तो बचाया है। जिंदगी दी रोटी मेरा शाफी सूली वाला है, दे के बलिदान जिन्हें पापा तो बचाया है, पापा तो बचाया है। दुआ पाक शाकत लैण तो पिछों सिजदे दामल। ए इलाही येसू, जिहड़ा सचमुच मेरे दिल विच आया है, मैं सारे फरिश्तियां अते पाक लोकां नाल तैनू सिजदा करदी हां। तू मेरा खालिक अते मालिक है। तेरी बुजुर्गी, वडियाई अते बंदगी सदा तिकर अते सारी जमीन दे कंढियां तिकर कीती जावे। ए मेहरबान येसू, मैं तेरियां रहमतां दे बदले तैनू की देवां। मैं कख ते मिट्टी किस तरह तेरा शुक्र करां। मैं तेरियां रहमतां दे गीत सदा गावांगी। मैं अपना बदन ते रूह, ख्यालां ते दलीलां, गल्लां ते कम्मां, खुशियां ते दुखां नाले जिंदगी अते मौत नू तेरी नजर करदी हां। मेरे बदन नू लै लै इहदे विच वस अते इहनू सब गुनाही शहवत तों साफ रख। मेरी मर्जी नू लै लै अते इहनू अपनी मर्जी ते चला। मेरी याद नू लै लै अते इहदे विच रिहा कर, तां जो मैं तैनू कदे ना भुल्लां। मेरी अकल नू लै लै इहनू वधा, तां जो मैं तैनू वधीक जाना अते प्यार करा। मैनू सारियां नू लै लै, तां जो मैं सब कुछ तेरे ही प्यार वास्ते करिया करांगी। आमीन। ਅਸੀਂ ਪ੍ਰਾਰਥਨਾ ਕਰੀਏ। ਹੈ ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ,
ਪ੍ਰੋ ਯਿਸੂ ਤੇਰੇ ਜੀਵਨ ਦੇ ਰਾਹੀਂ ਤੂੰ ਸਾਡੇ ਲਈ ਸੇਵੀ ਜੀਵਨ ਨੂੰ ਮੁੜ ਬਹਾਲ ਕਰਦਾ ਹੈ। ਇਸ ਪਾਸਕਾ ਸਾਕਰਾਮੈਂਟ ਦੇ ਫਲ ਨੂੰ ਸਾਡੇ ਵਿੱਚ ਵਧਾਓ ਅਤੇ ਇਸ ਮੁਕਤੀਦਾਇ ਖੁਰਾਕ ਦੀ ਸ਼ਕਤੀ ਨੂੰ ਸਾਡੇ ਦਿਲਾਂ ਵਿੱਚ ਪਾ ਦੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਭ ਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ ਤੇ ਰੂਹ ਪਾਕ ਤੁਹਾਨੂੰ ਬਰਕਤ ਦੇਵੇ। ਆਮੀਨ। ਸ਼ਾਂਤੀ ਵਿੱਚ ਜਾਓ। ਹਾਲੇਲੂਇਆ ਹਾਲੇਲੂਇਆ। ਖੁਦਾ ਦਾ ਸ਼ੁਕਰ ਹੋਵੇ। ਹਾਲੇਲੂਇਆ ਹਾਲੇਲੂਇਆ। ਦੁਆ ਯਾਦ ਕਰ ਐ ਨਿਹਾਇਤ ਮਿਹਰਬਾਨ ਕੁਆਰੀ ਮਰੀਮ, ਭਈ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇਥੋਂ ਖਾਲੀ ਗਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨਸੀ ਆਉਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਐ ਦੇ ਤੇਰੀ ਹੋਈ ਕਲਾਮ ਦੀ ਮਾਂ, ਤੂੰ ਮੇਰੀਆਂ ਜਾਨ ਕੀ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। जिंदा हो गया यीशु प्यारा, गम मुक गया जी अज सारा, ते उका मुका सारा। ते गिद्दा पाओ रल मिल के, गिद्दा पाओ ते गिद्दा पाओ रल मिल के, गिद्दा पाओ ते गिद्दा पाओ रल मिल के। जिंदा हो गया यीशु प्यारा। सारे पासे चर्चा होई, कबर पई जे खाली। सारे पासे चर्चा होई, कबर पई जे खाली। ऐसी मिठड़ी हवा चली, आज नच दिए डाली डाली, नच दिए डाली डाली। हालेलुया दा मारो नारा, गम मुक गया जे अज सारा, ते उका मुका सारा। ते गिद्दा पाओ रल मिल के, गिद्दा पाओ ते गिद्दा पाओ रल मिल के, गिद्दा पाओ ते गिद्दा पाओ रल मिल के। जिंदा हो गया